ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਹਿ ਜੀ ਕਾਂਡੀਆਂ। ਜਿਨ੍ਹਾਂ ਨੇ ਦੂਜਾਣੇ ਲੱਗਾ ਚੂਰ ਮਰੋ ਸੇ ਵਾਂਡੀਆਂ। ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਹਿ ਜੀ ਕਾਂਡੀਆਂ। ਜਿਨ੍ਹਾਂ ਨੇ ਦੂਜਾਣੇ ਲੱਗਾ ਚੂਰ ਮਰੋ ਸੇ ਵਾਂਡੀਆਂ। ਹਉ ਨਾ ਛੋਡੋ ਕੰਤ ਪਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹਿੰਜਾ ਆਸਰਾ। ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝੇ ਉੱਪਰ ਬਹੁ ਮਾਣੀਆਂ। ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆਂ। ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ। ਇਹਾ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ। ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ। ਜਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੁਜੰਤੀਆ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ। ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ। ਇੱਕ ਤਿਲ ਵੀ ਨਾ ਧੀਰੀਜੈ ਪ੍ਰਭ ਸਿਉ ਮਨ ਲੀਨਾ। ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ। ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ। ਕਿਆ ਹਮ ਕਥੈਂ ਕਿਛ ਕਥ ਨਹੀਂ ਜਾਣੇ ਪ੍ਰਭ ਭਾਵੈ ਤਿਵੈ ਬੁਲਾਨ। ਸਾਧ ਸੰਗਤ ਕੀ ਧੂਰ ਇਕ ਮੰਗੋ ਜਨ ਨਾਨਕ ਪਿਆ ਸਰਾਨ। ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀਓ। ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਹਜ਼ੂਰੀ ਅੰਦਰ ਪਵਿੱਤਰ ਬਾਣੀ ਦਾ ਕੀਰਤਨ ਆਪ ਜੀ ਨੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸੁਣਿਆ ਹੈ। ਬੱਚੀਆਂ ਸ਼ਬਦ ਪੜ੍ਹ ਰਹੀਆਂ ਸਨ। ਅੰਦਰੋਂ ਉਮੰਗ ਆਈ ਕਿਉਂ ਨਾ ਇਸ ਸ਼ਬਦ ਦੀ ਵਿਚਾਰ ਕੀਤੀ ਜਾਏ। ਪਰ ਇਹ ਵੀ ਠੀਕ ਹੈ ਕਿ ਜਿਹੜੀ ਲੜੀ ਆਰੰਭ ਹੋਈ ਆ ਉਸ ਨੂੰ ਛੱਡਿਆ ਨਹੀਂ ਜਾ ਸਕਦਾ। ਸ਼ਬਦ ਦੀ ਟੇਕ ਸੀ ਸ਼ਾਹ ਸ਼ਾਹ ਵਪਾਰੀ ਦੁਆਰੇ ਆਏ ਵੱਖਰ ਕਾਢੋ ਸੌਦਾ ਕਰਾਏ। ਸਾਡੇ ਵਿੱਚੋਂ ਕਿੰਨਿਆਂ ਕੁ ਨੂੰ ਪਤਾ ਹੈ ਕਿ ਇਹਦਾ ਭਾਵ ਕੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਇਹ ਸ਼ਬਦ ਰਾਹੀਂ ਜਾਚ ਸਿਖਾਉਂਦੇ ਨੇ
ਗੁਰੂ ਅੱਗੇ ਤਰਲਾ ਲੈਣਾ। ਗੁਰੂ ਸ਼ਾਹ ਹੈ, ਗੁਰੂ ਕੋਲ ਨਾਮ ਦਾ ਸੌਦਾ ਹੈ। ਪਰਦੇਸ ਝਾਗ ਸੌਦੇ ਕੋ ਆਇਆ। ਇਸ ਮਨੁੱਖਾ ਜਨਮ ਵਿੱਚ ਆਉਣ ਤੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਜੂਨੀਆਂ ਲੰਘ ਕੇ ਆਏ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਭ੍ਰਿਖ ਜੋਇਓ। ਪਰਦੇਸ ਝਾਗ ਸੌਦੇ ਕੋ ਆਇਆ। ਵਸਤ ਅਨੂਪ ਸੁਣੀ ਲਾਭਾਇਆ। ਗੁਣ ਰਾਸ ਬਨ ਪਰਲੈ ਆਨੀ। ਹੇ ਸ਼ਾਹ, ਅਸੀਂ ਤੇਰੇ ਦਰ ਤੇ ਆਏ। ਸ਼ਾਹ ਵਪਾਰੀ ਦੁਆਰੇ ਆਏ। ਵਖਰ ਕਾਢੋ ਸੌਦਾ ਕਰਾਏ। ਸ਼ਾਹ ਪਠਾਇਆ ਸ਼ਾਹ ਹੈ ਪਾਸ। ਇਹ ਵਾਹਿਗੁਰੂ ਨੇ ਕਿਰਪਾ ਕੀਤੀ। ਉਹ ਵੱਡਾ ਸ਼ਾਹ ਹੈ, ਉਸ ਨੇ ਤੁਹਾਨੂੰ ਗੁਰੂ ਸ਼ਾਹ ਕੋਲ ਭੇਜਿਆ। ਕਾਹਦੇ ਲਈ ਭੇਜਿਆ? ਕਿ ਇੱਥੋਂ ਆ ਕੇ ਨਾਮ ਰੂਪੀ ਰਤਨ ਉਹ ਸੌਦਾ ਲੈਣਾ ਕਰੀ। ਸੱਚਮੁੱਚ ਭਾਗਸ਼ਾਲੀ ਹੋ ਜਿਹੜੇ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਇਹੋ ਜਿਹੇ ਪ੍ਰੋਗਰਾਮ ਉਲੀਕ ਕੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਕੋਲੋਂ ਨਾਮ ਰੂਪੀ ਸੌਦਾ ਲੈਣ ਦਾ ਯਤਨ ਕਰ ਰਹੇ। ਬਸ ਬਹੁਤਾ ਕੁਝ ਨਾ ਕਹਿੰਦਿਆਂ ਮੈਂ ਸਿਰਫ ਪ੍ਰੇਰਨਾ ਹੀ ਕਰਨੀ ਸੀ। ਕੋਈ ਫਾਰਮੈਲਿਟੀ ਨਹੀਂ, ਕੋਈ ਰਸਮੀ ਤੌਰ 'ਤੇ ਨਹੀਂ ਵੀ ਅਸੀਂ ਮਜਬੂਰੀ ਬਸ ਗੁਰੂ ਕੋਲ ਆਉਣਾ, ਨਹੀਂ। ਇਹਦੇ ਵਿੱਚ ਸਾਡਾ ਸਵਾਰਥ, ਇਹਦੇ ਵਿੱਚ ਸਾਡਾ ਜੀਵਨ ਦਾ ਮਕਸਦ ਲੁਕਿਆ ਹੋਇਆ। ਪਰ ਜਿਨ੍ਹਾਂ ਨੂੰ ਇਹ ਸਮਝ ਆ ਜਾਏਗੀ ਉਹ ਤਾਂ ਫਿਰ ਤਰਲਾ ਲੈ ਕੇ ਆਖਣਗੇ। ਜਿਵੇਂ ਇੱਕ ਸੌਦੇ ਦਾ ਗਾਹਕ ਦੁਕਾਨਦਾਰ ਕੋਲ ਜਾ ਕੇ ਕਹਿੰਦਾ ਹੈ ਮੈਨੂੰ ਜੀ ਇਹ ਵਸਤੂ ਚਾਹੀਦੀ ਹੈ। ਦੁਕਾਨਦਾਰ ਉਸ ਦੀ ਲੋੜ ਵੇਖ ਕੇ ਫਿਰ ਉਸ ਨੂੰ ਸੌਦਾ ਵਸਤੂ ਦਿੰਦਾ ਹੈ। ਅਸੀਂ ਵੀ ਗੁਰੂ ਕੋਲ ਆ ਕੇ ਬੇਨਤੀ ਕਰਨੀ ਹੈ। ਸ਼ਾਹ ਵਪਾਰੀ ਦੁਆਰੇ ਆਏ। ਸ਼ਾਹ ਵਪਾਰੀ ਦੁਆਰੇ ਆਏ। ਬਾਣੀ ਅਸੀਂ ਪੜ੍ਹਦੇ ਹਾਂ, ਪਰ ਜਦੋਂ ਤੀਕਰ ਇਸ ਢੰਗ ਨਾਲ ਜਿਵੇਂ ਗੁਰੂ ਪਾਤਸ਼ਾਹ ਨੇ ਪੂਰਨੇ ਪਾਏ ਨੇ ਨਹੀਂ ਪੜ੍ਹਾਂਗੇ, ਸਾਡੀ ਅਵਸਥਾ ਨਹੀਂ ਬਣੀ। ਗੁਰੂ ਸ਼ਾਹ ਸਨਮੁਖ ਬੈਠਾ, ਅਸੀਂ ਸਾਰੇ ਇਸ ਸੌਦੇ ਦੇ ਵਪਾਰੀ ਬਣ ਕੇ ਆਈ ਅਤੇ ਤਰਲਾ ਲੈ ਕੇ ਆਖੀਏ ਸ਼ਾਹ ਵਪਾਰੀ ਦੁਆਰੇ ਆਏ। ਸ਼ਾਹ ਵਪਾਰੀ ਦੁਆਰੇ ਆਏ। ਸ਼ਾਹ ਵਖਰ ਕਾਢੋ ਸੌਦਾ ਕਰਾਏ। ਵਖਰ ਕਾਢੋ ਸੌਦਾ ਕਰਾਏ। ਪਤਾ ਨਹੀਂ ਇਸ ਮਨੁੱਖਾ ਜਨਮ ਵਿੱਚ ਆਉਣ ਤੋਂ ਪਹਿਲਾਂ ਕਿੰਨੀਆਂ ਜੂਨੀਆਂ ਭੁਗਤ ਚੁੱਕੇ ਹਨ। ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਨੇ ਤਰਲਾ ਲੈ ਕੇ ਆਖਿਆ ਬਹੁਤ ਜਨਮ ਬਿਛਰੇ ਥੇ ਮਾਧੋ। ਬਹੁਤ ਜਨਮ ਬਿਛਰੇ ਥੇ ਮਾਧੋ। ਇਹ ਜਨਮ ਤੁਮਾਰੇ ਲੇਖੇ। ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ। ਕਹਿ ਰਵਿਦਾਸ ਆਸ ਲਗ ਜੀਵੋ।
चिर भयो दर्शन देखे, चिर भयो दर्शन देखे, तो समा नहीं मैं इस शब्द की पूरी विचार करा, पर मैं सिर्फ तुहाडा ध्यान दिवाउणा सी गुरु कोल क्यों आना है ते गुरु कोल आके की कहना है। हे शाह, असी इस नाम सौदे दे व्यापारी बन के तुहाडे दर ते आए, हुण किरपा करो साडी झोली विच ये सौदा पाओ। पता नहीं कित्थे कित्थे भटक के परदेस चाग सौदे कहवाया, वस्त अनूप सुनी लाभाया। होर ते साडे कोल कुछ नहीं, सानू सवागुरु ने मनुखा जन्म दे के तुहाडे कोल भेजिया। हुण तुसीं साडे नाल नाम रूपी रतन दा सौदा करो। बस जेड़े गुरसिख इस भावना नाल गुरु दे दर ते आउणगे, फिर गुरु शाह उन्हां दी लोड़ पूरी करदा, उन्हां दियां इच्छावां पूरीआं करदा। तो जो लड़ी आपां विचार रहे सी, जिस ते रात सिर्फ 2 ही सलोक कीते, क्योंकि समा भी घट हुंदा ते गल जदों गूढ़ होवे, निरा तुहाडे समझाउण दा फिक्र नहीं मैनू अपने समझण दा भी फिक्र है। मैं सिर्फ तुहाडे समझाउण लई नहीं, मैं ते अपने आप नूं ही समझण लई आया। भाई मेरा ही जीवन सबर जाए तां ही किसी होर दा सवारिया जा, क्योंकि गुरबाणी जी फरमाने सतगुरु सो पंडित जो मन प्रबोधे, राम नाम आत्म में सोधे, राम नाम सार रस पीवे, उस पंडित के उपदेश जग जीवे। हर की कथा हृदय बसावे, सो पंडित फिर ज्यों न आवे। वेद पुराण सिमृत बूझे मूल, सूखम में जाने अस्थूल। चौवर्णा को दे उपदेश, नानक उस पंडित को सदा आदेश। भाई पंडित तां ही बनिया जा सकता है, ज्ञानी तां ही अखवाया जा सकता। पहला अपने आप नूं सवारीए। तो गुरु नानक देव पातशाह ने जोगियां नूं जवाब दिता, आख्या हे जोगियो, हर बंदा चाहुंदा मैनूं सुख मिले, हर बंदा चाहुंदा मेरे अंदर शांति आ जाए। भाई ये शरीर नूं कष्ट दित्तियां ते नहीं शांति आवे। जे कोई आखे मैं वर्त रख के भुखे रह के सुखी हो जावां, नहीं। जे कोई आखे मैं पुठे लटक के धूणियां ताप के जल तारे करके सुखी हो जावां, कहंदे नहीं। इस तरह मन नाल हठ कीतियां कदे कोई सुखी नहीं हो सकता। रोज़ तुसी पढ़ते हो, कहाँ भयो जो दो लोचन मूंद के, बैठ रहो बक ध्यान लगायो। नाथ फिरो लिए 7 समुद्रन, लोग गयो पर लोग गवायो। बास कियो बिख्यान तो बैठ के, ऐसे ही ऐस सुबैस बितायो। साच कहो सुन ले हो सबे, जिन प्रेम कियो तिन ही प्रभ पायो। आख्या जोगियो, सहज भाए मिलिए सुख होवे, गुरमुख जागे नींद न सोवे। सुन शब्द अपरंपर धारै, कहते मुकत शब्द निस्तारै। गुर की दीखिया से सच राते, नानक आप गवाए मिलन नहीं भ्रांते। शब्द तो सुन लिया तुसी, पर मैं समझदा हाँ कुछ विरले हैं जिन्होंने समझ आवे। क्योंकि पाठ करन वेले जिथे जिथे लोड़ है रुकण दी उन्होंने विश्राम देना कहते। फिर जिहड़ा अखर जिस भाव लई किया गया उन्होंने उस तरह उच्चारण करना पवे। हुण भराते
ਭਰਾਵਾਂ ਨੂੰ ਵੀ ਕਹਿੰਦੇ ਨੇ ਅਤੇ ਭਰਾਂਤੇ ਭਟਕਣ ਨੂੰ ਵੀ ਕਹਿੰਦੇ ਨੇ। ਇਹ ਜ਼ਰੂਰ ਦੇਖਣਾ ਪਵੇਗਾ ਕਿ ਕਿਸ ਕਨਸੈਪਟ ਵਿੱਚ ਕਿਹੜੀ ਗੱਲ ਕੀਤੀ ਗਈ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਜੋਗੀਓ ਤੁਸੀਂ ਐਵੇਂ ਔਖੇ ਹੋਣ ਡਏ ਹੋ, ਘਰ ਛੱਡ ਦਿੱਤਾ, ਜੰਗਲਾਂ ਵਿੱਚ ਆ ਗਏ ਹੋ, ਸਿਰ 'ਚ ਸੁਆਹ ਪਾ ਲਈ, ਕਿਆ ਹੈ ਇਹਦੇ ਨਾਲ? ਕੁਛ ਨਹੀਂ ਜਪਣ, ਸਵਾਏ ਅਹੰਕਾਰ ਵਧਣ ਤੋਂ ਹੋਰ ਕੱਖ ਨਹੀਂ ਬਣ। ਫਿਰ ਕਿਵੇਂ ਬਣੇਗਾ? ਕਹਿੰਦੇ ਸਹਿਜ ਭਾਏ ਮਿਲੀਐ ਸੁਖ ਹੋਵੈ, ਸਹਿਜ ਭਾਏ ਮਿਲੀਐ ਸੁਖ ਹੋਵੈ। ਸਹਿਜ ਭਾਏ ਮਿਲੀਐ ਸੁਖ ਹੋਵੈ, ਸਹਿਜ ਭਾਏ ਮਿਲੀਐ ਸੁਖ ਹੋਵੈ। ਸਹਿਜ ਭਾਏ ਦਾ ਮਤਲਬ ਹੁੰਦਾ ਸੁਤੇ ਸਿੱਧ, ਸਹਿਜ ਨਾਲ ਵਿਚਾਰ ਕੇ। ਜਦੋਂ ਵਿਚਾਰ ਕੇ ਬੰਦਾ ਕੰਮ ਕਰਦਾ ਹੈ ਨਾ, ਫਿਰ ਸਮਝ ਵੀ ਇਹ ਕੰਮ ਠੀਕ ਹੈ। ਮੈਂ ਤਾਂ ਹਮੇਸ਼ਾ ਕਹਿੰਦਾ ਲੋਕਾਂ ਨੇ ਸਿਮਰਨ ਕਰੋ, ਕਰੋ ਜੀ ਸਦਕੇ ਕਰੋ, ਪਰ ਕਿਹਦਾ ਸਿਮਰਨ ਕਰੋ, ਕਿਉਂ ਸਿਮਰਨ ਕਰੋ, ਇਹ ਵੀ ਤਾਂ ਸਮਝ ਲਓ। ਇਸ ਲਈ ਪਾਤਸ਼ਾਹ ਕਹਿੰਦੇ ਨੇ ਨਿਰਗੁਣਿਆਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰਖ, ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨ੍ਹੈ ਉਬਾਰਿਆ। ਜਦੋਂ ਅਹਿਸਾਸ ਹੋ ਜਾਏ ਇਸ ਮਾਤਾ ਪਿਤਾ ਦਾ ਕਿਉਂ ਆਦਰ ਕਰਨਾ ਹੈ, ਇਹਨਾਂ ਕਰਕੇ ਅਸੀਂ ਸੰਸਾਰ ਵਿੱਚ ਆਏ, ਇਹਨਾਂ ਦਾ ਕਿਉਂ ਕਹਿਣਾ ਮੰਨਣਾ ਹੈ। ਇਹਨਾਂ ਨੇ ਸਾਡੇ ਲਈ ਬੜੇ ਜਫਰ ਜਾਲੇ ਨੇ। ਸੱਚਮੁੱਚ ਗੁਰੂ ਜੀ ਕਹਿੰਦੇ ਨੇ ਜਿਸ ਦਿਨ ਇਹ ਗੱਲ ਸਮਝ ਆ ਗਈ ਕਿ ਵਾਹਿਗੁਰੂ ਨੇ ਸਾਡੇ 'ਤੇ ਕਿੰਨਾ ਉਪਕਾਰ ਕੀਤਾ, ਪਰ ਅਸੀਂ ਭੁੱਲ ਗਏ, ਅਸੀਂ ਵਿਸਰ ਗਏ। ਪਰ ਗੁਰੂ ਦੀ ਸੰਗਤ ਵਿੱਚ ਆਇਆ ਇਹ ਸਭ ਕੁਝ ਯਾਦ ਕਰਾਇਆ ਜਾਂਦਾ ਹੈ। ਰਮਈਆ ਕੇ ਗੁਣ ਚੇਤ ਪਰਾਨੀ। ਇੱਥੇ ਗੁਣ ਦਾ ਮਤਲਬ, ਜਿੱਥੇ ਸਿਫਤਾਂ ਹੈ ਉੱਥੇ ਗੁਣ ਦਾ ਮਤਲਬ ਉਪਕਾਰ ਵੀ ਹੈ। ਜਿਵੇਂ ਪਾਤਸ਼ਾਹ ਕਹਿੰਦੇ ਨੇ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਅਸੀਂ ਗੁਣ ਨਹੀਂ ਜਾਣੇ। ਜਿਸ ਦਿਨ ਸਾਨੂੰ ਗੁਰੂ ਕੋਲ ਬਹਿ ਕੇ ਉਹਦੇ ਗੁਣਾਂ ਦਾ ਪਤਾ ਲੱਗ ਗਿਆ ਨਾ, ਫਿਰ ਤਾਂ ਸਾਨੂੰ ਉਹਦੀ ਯਾਦ ਭੁੱਲੇਗੀ ਨਹੀਂ। ਮੈਂ ਰਾਤ ਵੀ ਮੰਨਿਆ ਸੀ ਕਿ ਮੈਂ ਕਦੇ ਕਦੇ ਸਾਖੀਆਂ ਸੁਣਾ ਕੇ ਗੱਲ ਸਮਝਾਇਆ ਕਰਦਾ ਸੀ, ਔਰ ਮੈਨੂੰ ਪਤਾ ਹੈ ਜਿਹੜੇ ਸਧਾਰਨ ਵਿਅਕਤੀ ਨੇ ਉਹਨਾਂ ਨੂੰ ਸਾਖੀ ਸੁਣ ਕੇ ਬੜੀ ਛੇਤੀ ਸਮਝ ਆਉਂਦੀ। ਪਰ ਹੁਣ ਕਿਉਂਕਿ ਸਾਰੇ ਹੀ ਤੁਸੀਂ ਤੱਤ ਵਸਤੂ ਦੇ ਗਾਹਕ ਹੋ, ਸਾਰੇ ਬਾਣੀ ਪੜ੍ਹਨ ਅਤੇ ਸਮਝਣ ਵਾਲੇ, ਉਸ ਲਈ ਮੈਂ ਬਹੁਤੀ ਕੋਈ ਸਾਖੀ ਨਹੀਂ ਸੁਣਾਉਂਦਾ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਭਾਈ ਜੋਗੀਓ ਇਹਨਾਂ ਕਸ਼ਟ ਵਾਲੇ ਤਪਾਂ ਨੂੰ ਕਰਨ ਦੀ ਕੋਈ ਲੋੜ ਨਹੀਂ, ਵਿਚਾਰੋ ਬੈਠ ਕੇ ਅਤੇ ਫਿਰ ਪਰਮਾਤਮਾ ਨੂੰ ਯਾਦ ਕਰੋ, ਉਹਦੇ ਨਾਲ ਜੁੜੋ, ਫਿਰ ਤੁਹਾਨੂੰ ਸੱਚਾ ਅਤੇ ਸਦੀਵੀ ਸੁੱਖ ਮਿਲੇਗਾ। ਸਹਿਜ ਭਾਏ ਮਿਲੀਐ ਸੁਖ ਹੋਵੈ, ਸਹਿਜ ਪਾਏ ਮਿਲੀਐ ਸੁਖ ਹੋਵੈ। ਸਹਿਜ ਪਾਏ ਮਿਲੀਐ ਸੁਖ ਹੋਵੈ, ਸਹਿਜ ਪਾਏ ਮਿਲੀਐ ਸੁਖ ਹੋਵੈ। ਇਹ ਜਿਹੜਾ ਬਾਰ ਬਾਰ ਬਾਣੀ ਨੂੰ ਸੁਣਨਾ ਅਤੇ ਪੜ੍ਹਨਾ, ਉਚਾਰਨ ਕਰਨਾ, ਇਹ ਰਿੜਕਣਾ ਹੈ। ਰਿੜਕਣ ਦੇ ਨਾਲ ਫਿਰ ਉਹ ਗਿਆਨ ਰੂਪੀ ਮੱਖਣ ਉੱਪਰ ਆ ਜਾਂਦਾ। ਇੱਕ ਵਾਰੀ ਦੋ ਵਾਰੀ ਪੜ੍ਹ ਕੇ ਸੁਣ ਕੇ ਫਿਰ ਸਮਝ ਆ ਜਾਏ ਵੀ ਗੱਲ ਤੇ ਬਾਬੇ ਨੇ ਇਹ ਕਹੀ। ਸਹਿਜ ਭਾਏ, ਜਿਹੜਾ ਸਹਿਜ ਪੱਕੇ ਸੋ ਮਿੱਠਾ ਹੋਏ। ਜਿਹੜਾ ਕੰਮ ਇਸ ਤਰ੍ਹਾਂ ਸਮਝ ਕੇ ਪਿਆਰ ਨਾਲ ਲਗਨ ਨਾਲ ਕੀਤਾ ਜਾਏ, ਉਸ 'ਤੇ ਰਸ ਪੈਦਾ ਹੋ ਜਾਂਦਾ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਮੈਂ ਸ਼ਲੋਕ ਪੜ੍ਹੇ, ਸਿਰਫ 63 ਸ਼ਲੋਕ ਨੇ ਉਹਨਾਂ ਦੇ, ਪਰ ਕਮਾਲ ਹੈ। ਆਖਿਆ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀਏ, ਨਾਨਕ ਕਾਰਜ ਸਾਰ। ਜਿਹੜਾ ਬੱਧਾ ਚੱਟੀ ਕਰਦਾ, ਮਜਬੂਰ ਹੋ ਕੇ ਕਰਦਾ,
ਉਹਦਾ ਕੋਈ ਗੁਣ ਨਹੀਂ, ਉਹਦਾ ਕੋਈ ਲਾਭ ਨਹੀਂ। ਪਰ ਜਿਹੜਾ ਖੁਸ਼ੀ ਨਾਲ ਕਰਦਾ, ਚਾਅ ਨਾਲ ਕਰਦਾ, ਉਹਦੇ ਜੀਵਨ ਦੀ ਸਫਲਤਾ ਦਾ ਕਾਰਜ ਸਵਰ ਜਾਂਦਾ ਹੈ। ਗੁਰੂ ਨਾਨਕ ਦਾ ਮਤ ਇਹ ਹੈ ਭਾਈ, ਗ੍ਰਸਥ ਵਿੱਚ ਰਹਿੰਦਿਆਂ, ਪਰਿਵਾਰ ਵਿੱਚ ਰਹਿੰਦਿਆਂ, ਆਪਣੇ ਧਰਮ, ਆਪਣੀ ਡਿਊਟੀ ਦਾ ਪਾਲਣ ਕਰਦਿਆਂ, ਫਿਰ ਉਸ ਮਾਲਕ ਦੀ ਯਾਦ ਵਿੱਚ ਜੁੜੋ। ਸਹਿਜ ਪਾਏ ਮਿਲੀਐ ਸੁਖ ਹੋਵੇ, ਸਹਿਜ ਪਾਏ ਮਿਲੀਐ ਸੁਖ ਹੋਵੇ। ਮੈਨੂੰ ਇਹ ਖੁਸ਼ੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਬਾਣੀ ਆਉਂਦੀ। ਤੁਸੀਂ ਮੇਰੇ ਤੋਂ ਪਹਿਲਾਂ ਹੀ ਬੋਲਦੇ ਨਹੀਂ, ਮੇਰੀ ਵਾਰੀ ਨਾ ਲਿਆ ਕਰੋ, ਫਿਰ ਉਹ ਲੜੀ ਟੁੱਟ ਜਾਂਦੀ। ਹੁਣ ਚੰਗੀ ਤਰ੍ਹਾਂ ਸਮਝ ਆ ਗਈ ਬਈ ਜੇ ਸੱਚਾ ਅਤੇ ਸਦੀਵੀ ਸੁੱਖ ਲੈਣਾ ਫਿਰ ਸਹਿਜ ਪਾਏ ਸਮਝ ਕੇ ਅਸੀਂ ਕਿਉਂ ਮਾਲਕ ਨੂੰ ਯਾਦ ਕਰਨਾ। ਆ ਸਾਡਾ ਫਰਜ਼ ਬਣਦਾ ਕਿ ਅਸੀਂ ਉਹਦਾ ਸ਼ੁਕਰਾਨਾ ਕਰੀਏ। ਮੈਂ ਇੱਕ ਗੱਲ ਸੁਣਾਇਆ ਕਰਦਾ। ਸਾਡੇ ਨੇੜੇ ਸ਼ਾਹਬਾਦ ਤੋਂ ਕੋਈ 10 ਕਿਲੋਮੀਟਰ ਇੱਕ ਪਿੰਡ ਹੈ ਖਰੀਂਦਵਾ। ਉੱਥੇ ਇੱਕ ਮਿਸਟਰ ਫਲੈਚਰ, ਜਿਨ੍ਹਾਂ ਨੂੰ ਐਂਗਲੋ ਇੰਡੀਅਨ ਕਹਿੰਦੇ ਸਨ, ਮੈਨੂੰ ਤਾਂ ਪਤਾ ਨਹੀਂ ਸੀ ਐਂਗਲੋ ਇੰਡੀਅਨ ਕੀ ਹੁੰਦਾ, ਪਰ ਉਹ ਜਦੋਂ ਬੋਲਦੇ ਹਨ ਤਾਂ ਸਾਨੂੰ ਕੁਝ ਸਮਝ ਨਹੀਂ ਸੀ ਆਉਂਦਾ। ਉਹ ਹਿਸਾਰ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੈ, ਫਿਰ ਉਹ ਫਾਈਨੈਂਸ ਕਮਿਸ਼ਨਰ ਬਣ ਗਏ, ਬੜੇ ਬੜੇ ਅਹੁਦਿਆਂ 'ਤੇ ਰਹੇ, ਪੜ੍ਹੇ ਲਿਖੇ ਬੜੇ ਸਨ। ਤਾਂ ਸਾਡੇ ਨਗਰ ਵਿੱਚ ਇੱਕ ਸਰਦਾਰ ਜੀ ਸੰਸਥਾ ਜਸਮੇਰ ਸਿੰਘ, ਉਹਨਾਂ ਨਾਲ ਉਹਨਾਂ ਦੀ ਮਿੱਤਰਤਾ ਸੀ। ਜਦੋਂ ਰਿਟਾਇਰ ਹੋਏ ਅਤੇ ਸਰਦਾਰ ਜੀ ਦੇ ਪ੍ਰੇਮ ਕਰਕੇ ਉਹਨਾਂ ਨੇ ਇੱਥੇ ਆ ਕੇ ਥੋੜ੍ਹੀ ਜਿਹੀ ਜ਼ਮੀਨ ਲੈ ਲਈ ਅਤੇ ਹਰਿਆਣਾ, ਉਹ ਐਗਰੀਕਲਚਰ ਯੂਨੀਵਰਸਿਟੀ ਨਾਲ ਉਹ ਸੰਬੰਧਿਤ ਸਨ। ਇੱਥੋਂ ਬੜੇ ਵਧੀਆ ਕਿਸਮ ਦੇ ਬੀਜ ਪੈਦਾ ਕਰਕੇ ਯੂਨੀਵਰਸਿਟੀ ਨੂੰ ਦਿਆ ਕਰ। ਉਹਨਾਂ ਨੇ ਜੀਪ ਰੱਖੀ ਸੀ। ਉਹਨਾਂ ਦਿਨਾਂ ਵਿੱਚ ਜੀਪ ਆਮ ਲੋਕਾਂ ਕੋਲ ਨਹੀਂ ਸੀ, ਗੱਡੀਆਂ ਨਹੀਂ ਸੀ। ਉਹ ਇੱਕ ਦਿਨ ਆਪਣੇ ਫਾਰਮ ਤੋਂ ਰੋਡ 'ਤੇ ਆਏ ਸ਼ਾਹਬਾਦ ਮਾਰਕੰਡਾ ਆਉਣ ਵਾਸਤੇ। ਇੱਕ ਪੇਂਡੂ ਜਿਹਾ ਜ਼ਿਮੀਂਦਾਰ ਸਧਾਰਨਪੁਰ ਸੜਕ 'ਤੇ ਖੜ੍ਹਾ ਸੀ। ਉਹਨੇ ਹੱਥ ਦੇ ਦਿੱਤਾ। ਉਹਦਾ ਮਤਲਬ ਸੀ ਕਿ ਮੈਨੂੰ ਵੀ ਸ਼ਾਹਬਾਦ ਤੱਕ ਲੈ ਚਲੋ। ਲਿਫਟ ਮੰਗੀ, ਉਹਨਾਂ ਨੇ ਬਿਠਾ ਲਿਆ। ਬੜੀ ਸਿੰਪਲ ਜੀ ਗੱਲ ਹੈ, ਜ਼ਰਾ ਸਮਝ ਲੈਣਾ। ਉਹ ਜਦੋਂ ਸ਼ਾਹਬਾਦ ਮਾਰਕੰਡਾ ਬੱਸ ਸਟੈਂਡ 'ਤੇ ਪਹੁੰਚੇ ਅਤੇ ਉਹਨਾਂ ਨੇ ਜੀਪ ਰੋਕੀ। ਉਹ ਬੰਦਾ ਉਤਰ ਕੇ ਆਪਣਾ ਤੁਰ ਪਿਆ। ਮਿਸਟਰ ਫਲੈਚਰ ਨੂੰ ਗੁੱਸਾ ਆ ਗਿਆ। ਕਹਿੰਦਾ ਉਹ ਮਿਸਟਰ ਬਾਤ ਸੁਣ, ਬਾਤ ਸੁਣ, ਬਾਤ ਸੁਣ। ਉਹ ਐਸੇ ਲਹਿਜੇ ਨਾਲ ਬੋਲਦੇ ਸਨ, ਬਾਤ ਸੁਣ। ਉਹ बेचारा डर गया, आ गया वापस। तूने मुझे हाथ दिया, मैंने गाड़ी रोका, तुझे बिठाया, यहाँ पर लाया, तू थैंक यू नहीं कर सकता? बैठ, तुझे वहीं छोड़ के आऊँगा। एहसास की कराया भी थैंक यू करना साडा फर्ज है। गुरु सानू ये समझो भाई, परमेश्वर का शुकराना करना साडा फर्ज है। जिस दिन मैनू तुहानू सारिਆਂ ਨੂੰ ਇਹ समझ आ गई, फिर सहज पाए मिलिए सुख होवे, सहज पाए मिलिए सुख होवे। गुरमुख जागे नींद न सोवे, गुरमुख जागे नींद न सोवे। गुरमुख जागे नींद न सोवे, गुरमुख जागे नींद न सोवे। वो फिर गुरु की गल सुन के जाग पेगा। जागना का की मतलब है? होश विच आ जाए। गुरु ग्रंथ साहब च हर गल समझाई। आख्या जिहड़े बंदे होश विच हुंदे ने, चौथे पहर सबाह के, चौथे पहर सबाह के, चौथे पहर सबाह के, चौथे पहर सबाह के। सबाह दा मतलब सुबह, अमृत वेले चौथे पहर सुरते उपजै चाओ,
ਸੁਰਤਿਆਂ ਉਪਜੈ ਚਾਓ। ਸੁਰਤੇ ਦਾ ਮਤਲਬ ਹੋਸ਼ ਵਾਲੇ ਬੰਦਿਆਂ ਨੂੰ ਚਾਹ ਪੈਦਾ ਹੁੰਦਾ। ਤਿੰਨਾਂ ਦਰਿਆਵਾਂ ਸੋਂ ਦੋਸਤੀ, ਮਨ ਮੁਖ ਸੱਚਾ ਨਾਉ। ਉਹਨਾਂ ਦੀ ਫਿਰ ਮਿੱਤਰਤਾ ਦਰਿਆਵਾਂ ਨਾਲ, ਖੂਹਾਂ ਨਾਲ, ਛੱਪੜਾਂ ਨਾਲ, ਸਰੋਵਰਾਂ ਨਾਲ। ਉਹ ਫਿਰ ਅਵੇਸਲੇ ਨਹੀਂ ਹੁੰਦੇ। ਆਖਿਆ ਇਸੇ ਤਰ੍ਹਾਂ ਜਿਹੜਾ ਗੁਰੂ ਦੀ ਸੰਗਤ ਕਰੇਗਾ, ਜਿਹੜਾ ਗੁਰੂ ਦੇ ਬਚਨ ਸੁਣ ਕੇ ਮੰਨੇਗਾ, ਗੁਰਮੁਖ ਜਾਗੈ ਨੀਂਦ ਨ ਸੋਵੈ, ਗੁਰਮੁਖ ਜਾਗੈ ਨੀਂਦ ਨ ਸੋਵੈ। ਗੁਰਮੁਖ ਜਾਗੈ ਨੀਂਦ ਨ ਸੋਵੈ, ਗੁਰਮੁਖ ਜਾਗੈ ਨੀਂਦ ਨ ਸੋਵੈ। ਸੁਨ ਸ਼ਬਦ ਅਪਰੰਪਰ ਧਾਰੈ, ਸੁਨ ਸ਼ਬਦ ਅਪਰੰਪਰ ਧਾਰੈ। ਅਪਰੰਪਰ ਪਰਮਾਤਮਾ ਦਾ ਇੱਕ ਸਿਫਾਤੀ ਨਾਮ ਹੈ, ਜਿਹਦਾ ਅਰਥ ਹੈ ਪਰੇ ਤੋਂ ਪਰੇ, ਜਿਹਦਾ ਕੋਈ ਹੱਦ ਬੰਨਾ ਨਹੀਂ, ਸੀਮਾ ਨਹੀਂ। ਕਹਿੰਦੇ ਉਸ ਅਪਰੰਪਰ ਦੇ ਨਾਲ ਉਹ ਫਿਰ ਸੁਨ ਸ਼ਬਦ ਅਫੁਰ ਅਵਸਥਾ ਵਿੱਚ ਜੁੜਦਾ ਹੈ। ਸਾਰੇ ਫੁਰਨਿਆਂ ਨੂੰ ਦੂਰ ਕਰਕੇ ਉਹਦੇ ਪਿਆਰ ਵਿੱਚ ਜੁੜ ਜਾਏ। ਫਿਰ ਕੀ ਹੋਵੇਗਾ? ਇਹ ਤਾਂ ਕਰਨ ਦੀ ਗੱਲ ਹੈ। ਅੱਜ ਅਸੀਂ ਕਰਨ ਤੋਂ ਪਹਿਲਾਂ ਪੁੱਛਣ ਲੱਗ ਪਏ ਨੇ ਜੀ ਕੀ ਹੋਵੇਗਾ, ਕਿਉਂਕਿ ਖਾਲਸੇ ਦਾ ਸਾਜਨਾ ਦਿਵਸ ਹੈ ਨਾ, ਉਹਨੂੰ ਮਨਾ ਰਹੇ ਹਾਂ। ਮੈਂ ਹਰ ਸਾਲ ਕਸੌਲੀ ਜਾਇਆ ਕਰਦਾ ਸੀ, ਸਵੇਰ ਸ਼ਾਮ ਸੰਗਤ ਦੀ ਹਾਜ਼ਰੀ ਭਰਨੀ, ਫਿਰ ਸਾਰਾ ਦਿਨ ਸੈਰ ਕਰਨੀ। ਤਾਂ ਮੈਂ ਸੈਰ ਕਰਦਾ ਸੀ ਅਤੇ ਇੱਕ ਫੌਜੀ ਗੁਰਸਿੱਖ ਨੌਜਵਾਨ, ਉੱਥੇ ਫੌਜ ਦਾ ਵੀ ਬੜਾ ਗੜ੍ਹ ਹੈ, ਛਾਉਣੀ ਹੈ, ਉਹ ਮੇਰੇ ਪਿੱਛੇ ਪਿੱਛੇ ਤੁਰਿਆ ਜਾਏਗਾ। ਜਿਵੇਂ ਕਿਸੇ ਦੇ ਪਿੱਛੇ ਕੋਈ CID ਕਰਦਾ। ਅਤੇ ਮੈਂ ਇੱਕ ਦਿਨ ਪੁੱਛ ਲਿਆ, ਕਾਕਾ ਕੀ ਗੱਲ ਹੈ, ਤੂੰ ਹਰ ਵੇਲੇ ਮੇਰੇ ਪਿੱਛੇ ਹੀ ਤੁਰਿਆ ਫਿਰਦਾ? ਆਂਦਾ ਜੀ ਮੈਂ ਤੁਹਾਨੂੰ ਕੋਈ ਗੱਲ ਪੁੱਛਣੀ ਹੈ। ਅਤੇ ਮੈਂ ਕਿਹਾ ਫਿਰ ਪੁੱਛ। ਅਸੀਂ ਇੱਕ ਬੈਂਚ 'ਤੇ ਬਹਿ ਗਏ। ਮੈਂ ਕਿਹਾ ਪੁੱਛ। ਆਂਦਾ ਜੀ ਮੈਨੂੰ ਇਹ ਦੱਸੋ, ਇਹ ਸਾਰੇ ਕਹਿੰਦੇ ਨੇ ਅੰਮ੍ਰਿਤ ਛਕੋ। ਮੈਂ ਇਹ ਪੁੱਛਣਾ ਚਾਹੁੰਦਾ ਵੀ ਅੰਮ੍ਰਿਤ ਛਕਣ ਨਾਲ, ਅੰਮ੍ਰਿਤ ਛਕਣ ਵਾਲੇ ਦੇ ਅੰਦਰ ਕਿਹੜਾ ਸਵਿੱਚ ਆਨ ਹੋ ਜਾਂਦਾ? ਮੈਨੂੰ ਇਹ ਸਮਝਾਓ। ਹੋ ਸਕਦਾ ਤੁਹਾਡੇ ਵਿੱਚੋਂ ਵੀ ਕਈਆਂ ਦੇ ਮਨ ਵਿੱਚ ਐਸਾ ਵਿਚਾਰ। ਮੈਂ ਉਹਨੂੰ ਸਮਝਾਇਆ। ਮੈਂ ਕਿਹਾ ਵੀ ਅੰਮ੍ਰਿਤ ਛਕਣ ਨਾਲ ਇੱਕ ਤਾਂ ਗੁਰੂ ਦੇ ਹੁਕਮ ਦੀ ਪਾਲਣਾ ਹੁੰਦੀ, ਇੱਕ ਗੁਰੂ ਦੇ ਹੁਕਮ ਨੂੰ ਪਾਲਣ ਦੇ ਨਾਲ ਗੁਰੂ ਦੀ ਖੁਸ਼ੀ ਮਿਲਦੀ, ਬੰਦੇ ਦਾ ਜੀਵਨ ਡਿਸਿਪਲਨ ਵਿੱਚ ਆ ਜਾਂਦਾ। ਉਹ ਫਿਰ ਬੇਮਰਿਆਦਗੀਆਂ ਨਹੀਂ ਕਰਦਾ, ਉਹ ਆਮ ਲੋਕਾਂ ਵਾਂਗੂ ਸੁਤੰਤਰ ਨਹੀਂ ਹੁੰਦਾ, ਆਜ਼ਾਦ ਨਹੀਂ ਹੁੰਦਾ, ਉਹ ਮਰਿਆਦਾ ਵਿੱਚ ਆਉਂਦਾ। ਮੈਂ ਬੜੀ ਮਿਹਨਤ ਕਰਕੇ ਸਮਝਾਵਾਂ, ਉਹ ਫਿਰ ਹੌਲੀ ਜੇ ਕਹਿ ਦੇਵੇ ਮੈਨੂੰ ਇਹ ਦੱਸੋ ਜੀ ਵੀ ਕਿਹੜਾ ਸਵਿੱਚ ਆਨ ਹੋ ਜਾਂਦਾ। ਮੈਂ ਸਮਝ ਗਿਆ ਵੀ ਇਹਦੀ ਤਸੱਲੀ ਨਹੀਂ ਹੋਈ। 2-3 ਦਿਨ ਇਸ ਤਰ੍ਹਾਂ ਹੀ ਕਰਦਾ ਰਿਹਾ। ਸਵਾਲ ਉਹਦਾ ਇਹ ਹੋਈ। ਇੱਕ ਦਿਨ ਮੈਂ ਖਿੱਝ ਕੇ ਕਹਿ ਬੈਠਾ, ਖਿੱਝ ਕੇ, ਜਦੋਂ ਕਿਸੇ ਦੀ ਨਾ ਸਮਝ ਆਵੇ ਕੋਈ ਸਵਾਲ ਬਸ ਖਿੱਚ। ਮੈਂ ਕਿਹਾ ਵੀ ਤੇਰੀ ਤੇ ਉਹ ਗੱਲ ਹੈ ਜਿਵੇਂ ਕੋਈ ਬੱਚਾ ਬੱਚੀ ਵਿਆਹ ਕਰਾਉਣ ਤੋਂ ਪਹਿਲਾਂ ਪੁੱਛੇ ਵੀ ਵਿਆਹ ਤੋਂ ਬਾਅਦ ਕੀ ਹੋ ਜਾਂਦਾ, ਤੇਰੀ ਤੇ ਉਹ ਗੱਲ ਹੈ। ਸਾਧ ਸੰਗਤ ਇਹ ਗੱਲ ਉਹਨੂੰ ਫਿੱਟ ਆ ਗਈ। ਕਹਿੰਦਾ ਅੱਛਾ ਗੁਰੂ ਨਾਲ ਵਿਆਹ ਕਰਾਉਣਾ ਹੀ ਪਏਗਾ, ਕਰਾਉਣਾ ਪਏਗਾ। ਮੈਂ ਕਿਹਾ ਫਿਰ ਜਿਹੜਾ ਸਵਿੱਚ ਆਨ ਦੀ ਗੱਲ ਤੂੰ ਕਰਦਾ ਉਹਦਾ ਤੈਨੂੰ ਕਿਵੇਂ ਪਤਾ ਦੱਸਾਂ? ਅਗਲੇ ਦਿਨ ਸਵੇਰੇ ਮੇਰੇ ਕਮਰੇ ਵਿੱਚ ਆਇਆ, ਕਹਿੰਦਾ ਜੀ ਮੈਂ ਹੁਣ ਚੱਲਿਆ, ਗੁਰੂ ਨਾਲ ਵਿਆਹ ਕਰਾਉਣ ਚੱਲਿਆ। ਮੈਂ ਕਿਹਾ ਕਿੱਥੇ? ਕਹਿੰਦਾ ਮੈਂ ਕੇਸਗੜ੍ਹ ਸਾਹਿਬ ਜਾਵਾਂਗਾ, ਅੰਮ੍ਰਿਤ ਛਕ ਕੇ ਆਵਾਂ। ਚਲਾ ਗਿਆ, ਨੇੜੇ ਹੈ ਉੱਥੋਂ, ਛਕ ਕੇ ਵਾਪਸ ਆ ਗਿਆ। ਕਹਿੰਦੇ ਮੈਂ ਹੁਣ ਅੰਮ੍ਰਿਤ ਛਕਿਆ। ਮੈਂ ਕਿਹਾ ਵਧਾਈ ਹੋਵੇ, ਹੁਣ ਮੈਂ ਕਮਾਈ ਕਰ। ਗੁਰੂ ਨੇ ਐਸੀ ਕਿਰਪਾ ਕੀਤੀ, ਮੈਨੂੰ 30-35 ਸਾਲ ਬਾਅਦ ਮਿਲਿਆ। 30-35 ਸਾਲ ਬਾਅਦ ਨੇੜੇ ਕੋਈ ਪਿੰਡ ਸੀ ਮਸਾਣਾ, ਉੱਥੇ ਵਿਆਹ 'ਤੇ ਉਹ ਕਿਸੇ ਬਰਾਤ 'ਚ ਆਇਆ। ਉਹਨੂੰ ਪਤਾ ਸੀ ਕਿ ਇਸ ਪਰਿਵਾਰ ਦੇ ਨਾਲ
ਗਿਆਨੀ ਜੀ ਦਾ ਸੰਬੰਧ ਹੈ, ਉਹਨਾਂ ਆਉਣਾ ਹੈ। ਲੋਕ ਤੇ ਮਠਿਆਈਆਂ ਖਾਣ ਵੱਲ ਲੱਗੇ ਸਨ। ਉਹ ਪੁੱਛੀ ਜਾਏ ਗਿਆਨੀ ਜੀ ਨੇ ਕਦੋਂ ਆਉਣਾ ਹੈ। ਪਰਿਵਾਰ ਵਾਲਿਆਂ ਨੇ ਕਿਹਾ ਵੀ ਆਉਣਾ ਤੇ ਜ਼ਰੂਰ ਹੈ, ਪਰ ਉਹ ਦਿੱਲੀ ਤੋਂ ਸਿੱਧੇ ਇੱਥੇ ਪਹੁੰਚਣਗੇ। ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਜੋ ਮੈਂ ਗੱਲ ਕਹਿ ਰਿਹਾ, ਕਦੋਂ ਸਾਨੂੰ ਆਨੰਦ ਆਵੇਗਾ, ਕਦੋਂ ਜਾਗ ਆਵੇਗੀ। ਉਹ ਬੰਦਾ ਮੇਰੇ ਸਾਹਮਣੇ ਆਇਆ, ਘਰ ਵਾਲਿਆਂ ਨੇ ਵੀ ਦੱਸਿਆ ਵੀ ਕੋਈ ਬੰਦਾ ਬਰਾਤੀ ਆਇਆ, ਉਹ ਤੁਹਾਨੂੰ ਪੁੱਛ ਰਿਹਾ। ਜਦੋਂ ਸਾਹਮਣੇ ਆਏ, ਫਤਿਹ ਬੁਲਾਈ, ਆਂਦੇ ਮੈਨੂੰ ਪਛਾਣੋ। ਹੁਣ 30-35 ਸਾਲਾਂ ਬਾਅਦ ਉਹਦੇ ਚਿਹਰੇ ਦਾ ਨੂਰ, ਜਲਾਲ, ਉਹਦਾ ਦਾੜਾ, ਪ੍ਰਕਾਸ਼ ਵਗੈਰਾ ਵਗੈਰਾ ਮੈਂ ਨਹੀਂ ਪਛਾਣ ਸਕਦਾ। ਆਂਦਾ ਜੀ ਪਛਾਣੋ ਮੈਨੂੰ, ਥੋੜ੍ਹੀ ਜਿਹੀ ਮਿਹਨਤ ਕਰੋ। ਮੈਂ ਕਿਹਾ ਵੀ ਤੁਸੀਂ ਆਪ ਦੱਸ ਦਿਓ, ਇਹਦੇ 'ਚ ਕਿਹੜੀ ਗੱਲ ਹੈ। ਆਂਦਾ ਮੈਂ ਉਹ ਹਾਂ ਜਿਹਦਾ ਤੁਸੀਂ ਗੁਰੂ ਨਾਲ ਵਿਆਹ ਕਰਾਇਆ ਸੀ। ਇੰਨੀ ਕਹਿ ਕੇ ਉਹ ਮੇਰੀ ਗਲਵੱਕੜੀ 'ਚ ਆ ਗਈ। ਮੈਂ ਵੀ ਪਛਾਣ ਲਿਆ, ਮੈਨੂੰ ਵੀ ਉਹ ਗੱਲ ਚੇਤੇ ਆ ਗਈ। ਜਦੋਂ ਉਹਨੇ ਮੈਨੂੰ ਆਪਣੀ ਗਲਵੱਕੜੀ ਵਿੱਚ ਲਿਆ, ਉਹਦਾ ਸਿਮਰਨ ਚੱਲ ਰਿਹਾ ਸੀ। ਇਹ ਅੰਦਰ ਦੀ ਅਵਸਥਾ ਹੈ। ਜਦੋਂ ਉਹ ਤੇ ਮੈਂ ਇੱਕ ਹੋਏ, ਮੇਰਾ ਵੀ ਸਿਮਰਨ ਚੱਲ ਗਿਆ। 1.5 ਘੰਟਾ ਅਸੀਂ ਇਸੇ ਹਾਲਤ ਵਿੱਚ ਖੜੇ ਰਹੇ। ਲੋਕ ਵੇਖਣ ਵੀ ਇਹਨਾਂ ਨੂੰ ਕੀ ਹੋ ਗਿਆ, ਇਹ ਚੰਗੇ ਭਲੇ ਬੰਦੇ ਸੀ, ਇਹਨੂੰ ਕੀ ਹੋ ਗਿਆ। ਲੋਕਾਂ ਨੂੰ ਧਿਆਨ ਮਠਿਆਈਆਂ ਦਾ, ਪਕੌੜਿਆਂ ਦਾ, ਇਹ ਉਹ, ਅਸੀਂ ਖੜੇ। ਗੱਲ ਅਸਲ ਵਿੱਚ ਇਹ ਹੈ ਕਿ ਅਸੀਂ ਕੀਤੇ ਤੋਂ ਬਿਨਾਂ ਚਾਹੁੰਦੇ, ਐਉਂ ਕਦੇ ਨਹੀਂ।